So what we are studying? We are studying the third chapter of the sixth class. This is the English chapter of the sixth class. The chapter name is Fair Play. So we studied the half chapter in the first part of the video. So now we will go to the further. We studied the chapter up to here. So what was the story up to here? Like Elgo and Juman are two best friends. ਤੇ ਜੋ ਜੁਮਾਨ ਦੀ ਆਂਟੀ ਹੁੰਦੀ ਹੈ ਉਸ ਦੇ ਨਾਲ ਵਧੀਆ ਵਿਵਹਾਰ ਨਹੀਂ ਹੋ ਰਿਹਾ ਹੁੰਦਾ ਜੁਮਾਨ ਦੇ ਘਰ ਵਿੱਚ, ਤਾਂ ਕਰਕੇ ਉਹ ਆਪਣਾ ਜਿਹੜਾ ਕੇਸ ਉਹ ਪੰਚਾਇਤ ਕੋਲ ਲੈ ਕੇ ਚਲੀ ਜਾਂਦੀ ਹੈ ਅਤੇ ਉਹ ਐਲਗੂ ਨੂੰ ਆਪਣਾ ਪੰਚ ਅਪੁਆਇੰਟ ਕਰਦੀ ਅਤੇ ਐਲਗੂ ਕਹਿ ਦਿੰਦਾ ਕਿ ਜਾਂ ਤਾਂ ਜੁਮਾਨ ਨੂੰ ਉਸਦੀ ਜਿਹੜੀ ਜ਼ਮੀਨ ਦਿੱਤੀ ਸੀ ਉਹ ਵਾਪਸ ਦੇਣੀ ਪਊ ਜਾਂ ਉਸਨੂੰ ਅਲੋਵੈਂਸ ਦੇਣਾ ਪਊ। ਨਾਓ ਵੀ ਵਿਲ ਗੋ ਫਰਦਰ। ਨਾਓ ਦ ਟੂ ਫਰੈਂਡਸ ਵਰ ਸੈਲਡਮ ਸੀਨ ਟੂਗੈਦਰ। ਵਟ ਇਜ਼ ਦ ਮੀਨਿੰਗ ਆਫ ਸੈਲਡਮ? ਸੈਲਡਮ ਹੁੰਦਾ ਰੇਅਰਲੀ, ਮਤਲਬ ਕਦੇ ਕਦੇ ਕਿਸੇ ਚੀਜ਼ ਦਾ ਹੋਣਾ। ਸੋ ਹੁਣ ਜਿਹੜੇ ਦੋਵੇਂ ਫਰੈਂਡ ਸੀ, ਕਿਉਂਕਿ ਜਿਹੜਾ ਐਲਗੂ ਸੀ ਉਸਨੇ ਉਸ ਦੇ ਵਿਰੁੱਧ ਬਿਆਨ ਦਿੱਤਾ ਸੀ, ਕਿਸ ਦੇ? ਜੁਮਾਨ ਦੇ, ਤਾਂ ਕਰਕੇ ਉਹ ਹੁਣ ਇਕੱਠੇ ਕਦੇ ਕਦੇ ਹੀ ਦਿਸਦੇ ਸੀ। ਦ ਬੌਂਡ ਆਫ ਫਰੈਂਡਸ਼ਿਪ ਬਿਟਵੀਨ ਦੈਮ ਵਾਜ਼ ਬ੍ਰੋਕਨ। ਉਹਨਾਂ ਦਾ ਜਿਹੜਾ ਬੌਂਡ ਸੀ ਉਹਨਾਂ ਦੇ ਵਿੱਚ ਉਹ ਖਤਮ ਹੋ ਚੁੱਕਿਆ ਸੀ। ਇਨਫੈਕਟ ਜੁਮਾਨ ਵਾਜ਼ ਐਲਗੂਜ਼ ਐਨੀਮੀ। ਹੁਣ ਜਿਹੜਾ ਜੁਮਾਨ ਸੀ ਉਹ ਐਲਗੂ ਦਾ ਦੁਸ਼ਮਣ ਬਣ ਚੁੱਕਿਆ ਸੀ। ਐਂਡ ਵਾਂਟਡ ਹਿਜ਼ ਰਿਵੈਂਜ, ਅਤੇ ਉਹ ਆਪਣਾ ਜਿਹੜਾ ਬਦਲਾ ਚਾਹੁੰਦਾ ਸੀ। ਰਿਵੈਂਜ ਦਾ ਮਤਲਬ ਹੁੰਦਾ ਹੈਗਾ ਬਦਲਾ ਲੈਣਾ ਕਿਸ ਤੋਂ। ਡੇਜ਼ ਪਾਸਟ, ਦਿਨ ਬੀਤਦੇ ਗਏ। ਐਂਡ ਇਲ ਲੱਕ ਵੁੱਡ ਹੈਵ ਇਟ, ਅਤੇ ਜਿਹੜੀ ਆਪਣੀ ਮਾੜੀ ਕਿਸਮਤ ਹੁੰਦੀ ਹੈ ਉਹ ਸਾਹਮਣੇ ਆ ਹੀ ਗਈ। ਇਲ ਲੱਕ ਦਾ ਹੁੰਦਾ ਮਾੜੀ ਕਿਸਮਤ। ਐਲਗੂ ਚੌਧਰੀ ਫਾਊਂਡ ਹਿਮਸੈਲਫ ਇਨ ਅ ਟਾਈਟ ਸਪੋਟ। ਜਿਹੜਾ ਐਲਗੂ ਚੌਧਰੀ ਸੀ ਜਿਸ ਨੇ ਜੁਮਾਨ ਦੇ ਵਿਰੁੱਧ ਬਿਆਨ ਦਿੱਤਾ ਸੀ, ਈਵਨ ਕਿ ਉਸਦਾ ਬੈਸਟ ਫਰੈਂਡ ਸੀ, ਉਹ ਇੱਕ ਬਹੁਤ ਬੁਰੀ ਮੁਸੀਬਤ 'ਚ ਫਸ ਗਿਆ। ਟਾਈਟ ਸਪੋਟ ਹੁੰਦਾ ਕਿਸੇ ਮੁਸੀਬਤ 'ਚ ਫਸਣਾ, ਬਹੁਤ ਬੁਰੀ ਮੁਸੀਬਤ 'ਚ ਫਸਣਾ। ਵਨ ਆਫ ਹਿਜ਼ ਫਾਈਨ ਪਿਓਰ ਬੁੱਲੌਕ ਡਾਈਡ ਐਂਡ ਹੀ ਸੋਲਡ ਦ ਅਦਰ ਟੂ ਦ ਸਮਝੂ ਸਾਹੂ। ਮਤਲਬ ਉਹਦੇ ਜਿਹੜੇ ਦੋ ਬਲਦ ਸੀ, ਬਹੁਤ ਵਧੀਆ ਬਲਦ ਸੀ, ਉਹ ਮਰ ਗਏ ਸੀ, ਅਤੇ ਉਹਨਾਂ ਵਿੱਚੋਂ ਇੱਕ ਉਸਨੇ ਕਿਸ ਨੂੰ ਵੇਚਿਆ ਸੀਗਾ? ਸਮਝੂ ਸਾਹੂ ਨੂੰ। ਸਮਝੂ ਸਾਹੂ ਕੌਣ ਸੀ? ਆ ਕਾਰਟ ਡਰਾਈਵਰ ਆਫ ਵਿਲੇਜ, ਮੀਨ ਜੋ ਬੈਲ ਲੈ ਕੇ ਜਾਂਦਾ ਹੁੰਦਾ, ਮਤਲਬ ਜੋ ਸ਼ਹਿਰਾਂ ਦੇ ਵਿੱਚ ਸਮਾਨ ਲਿਆਉਂਦਾ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਵੇਚਣ ਵਾਸਤੇ। ਦ ਅੰਡਰਸਟੈਂਡਿੰਗ ਵਾਜ਼ ਦੈਟ ਸਾਹੂ ਵੁੱਡ ਪੇ ਦ ਪ੍ਰਾਈਸ ਆਫ ਦ ਬੁਲੌਕ ਇਨ ਅ ਮੰਥ ਇਸ ਟਾਈਮ। ਇਸ ਗੱਲ ਦਾ ਮਤਲਬ ਸਮਝੌਤਾ ਹੋਇਆ ਸੀ ਕਿ ਜਿਹੜਾ ਸਾਹੂ ਹੈ ਉਹ 1 ਮਹੀਨੇ ਦੇ ਵਿੱਚ ਬਲਦਾਂ ਦਾ ਜਿਹੜਾ ਜੋ ਵੀ ਉਸਨੇ ਖਰੀਦਿਆ ਸੀ ਉਸਦੇ ਪੈਸੇ ਦੇ ਦੇਵੇਗਾ। ਇਟ ਸੋ ਹੈਪਨਡ ਦੈਟ ਦ ਬੁਲੌਕ ਡਾਈਡ ਵਿਦਨ ਅ ਮੰਥ। ਇਸ ਤਰ੍ਹਾਂ ਹੋ ਗਿਆ ਕਿ ਜਦੋਂ ਉਸਨੇ ਜੋ ਬਲਦ ਸੀ ਖਰੀਦਿਆ ਸੀ ਉਹ 1 ਮਹੀਨੇ ਦੇ ਵਿੱਚ ਹੀ ਮਰ ਗਿਆ ਸੀ, ਤਾਂ ਕਰਕੇ ਹੁਣ ਅੱਗੇ ਪ੍ਰੋਬਲਮ ਕ੍ਰੀਏਟ ਹੋ ਗਈ ਸੀ। ਸੈਵਰਲ ਮੰਥਸ ਆਫਟਰ ਦ ਬੁਲੌਕ ਇਜ਼ ਡੈਥ, ਮਤਲਬ ਕਈ ਮਹੀਨਿਆਂ ਬਾਅਦ ਜਦੋਂ ਬਲਦ ਮਰ ਗਿਆ ਸੀ, ਐਲਗੂ ਰਿਮਾਈਂਡਡ ਸਾਹੂ ਆਫ ਮਨੀ ਹੀ ਹੈਡ ਨਾਟ ਜੈਟ ਪੇਡ। ਮੀਨਸ ਹੁਣ ਜਦੋਂ ਬਲਦ ਮਰ ਗਿਆ ਤਾਂ ਸਾਹੂ ਨੇ ਉਸਨੂੰ ਪੈਸੇ ਨਹੀਂ ਦਿੱਤੇ ਸੀ, ਪਰ ਐਲਗੂ ਨੇ ਕੀ ਕੀਤਾ, ਉਸਨੂੰ ਕਾਫੀ ਮਹੀਨਿਆਂ ਬਾਅਦ ਯਾਦ ਕਰਵਾਇਆ ਕਿ ਉਸਨੇ ਉਸਦੇ ਪੈਸੇ ਦੇਣੇ ਨੇ ਅਤੇ ਉਹ ਦੇ ਦੇਵੇ। ਸਾਹੂ ਗੋਟ ਵੈਰੀ ਅਨਾਇਡ, ਉਹ ਬਹੁਤ ਮਤਲਬ ਸ਼ਰਮਿੰਦਾ ਹੋ ਗਿਆ, ਅੱਕ ਗਿਆ। ਅਨਾਇਡ ਦਾ ਮਤਲਬ ਹੁੰਦਾ ਕਿਸ ਤੋਂ ਅੱਕਣਾ, ਤਾਂ ਸਾਹੂ ਸ਼ਰਮਿੰਦਾ ਹੋ ਗਿਆ, ਅੱਕ ਗਿਆ। ਆਈ ਕਾਂਟ ਪੇ ਯੂ ਅ ਪੈਨੀ ਆਫ ਦ ਰੈਸਟ ਬੀਚ ਯੂ ਸ਼ੋਲਡ ਮੀ। ਉਹ ਕਹਿੰਦਾ ਕਿ ਮੈਂ ਤੁਹਾਨੂੰ 1 ਰੁਪਇਆ ਵੀ ਨਹੀਂ ਦੇਵਾਂਗਾ, ਜਿਵੇਂ ਆਪਾਂ ਕਹਿੰਦੇ ਮੈਂ 1 ਠਿਆਨੀ ਵੀ ਨਹੀਂ ਦੇਵਾਂਗਾ। ਆ ਪੈਨੀ ਦਾ ਮਤਲਬ ਹੁੰਦਾ 1 ਰੁਪਇਆ ਵੀ ਨਹੀਂ ਦੇਵਾਂਗਾ। ਫੋਰ ਦ ਰੈਸਟ ਬੀਚ, ਰੈਸਟ ਬੀਚ ਜੋ ਬਿਮਾਰ, ਬੀਸਟ ਦਾ ਮਤਲਬ ਹੁੰਦਾ ਪਸ਼ੂ। ਜੋ ਤੁਸੀਂ ਮੈਨੂੰ ਬਿਮਾਰ ਪਸ਼ੂ ਵੇਚਿਆ ਸੀ ਉਸਦਾ ਮੈਂ ਤੁਹਾਨੂੰ 1 ਰੁਪਇਆ ਵੀ ਨਹੀਂ ਦੇਵਾਂਗਾ। ਹੀ ਬਰਾਊਟ ਅਸ ਨਥਿੰਗ ਬਟ ਰਿਊਨ, ਜਿਹੜੇ ਤਾਂ ਮੈਨੂੰ ਬਲਦ ਵੇਚਿਆ ਸੀ ਉਸਨੇ ਮੈਨੂੰ ਕੁਛ ਵੀ ਨਹੀਂ ਲਿਆ ਕੇ ਦਿੱਤਾ, ਬਲਕਿ ਮੈਨੂੰ ਖਤਮ ਹੀ ਕੀਤਾ। ਰਿਊਨ ਦਾ ਮਤਲਬ ਹੁੰਦਾ ਕਿਸੇ ਨੂੰ ਖਤਮ ਕਰਨਾ। ਆਈ ਹੈਵ ਅ ਬੁਲੌਕ, ਮੇਰੇ ਕੋਲ ਕਹਿੰਦਾ ਇੱਕ ਬਲਦ ਹੈ। ਯੂਜ਼ ਇਟ ਫॉर ਅ ਮੰਥ ਐਂਡ ਦੈਨ ਰਿਟਰਨ ਇਟ ਟੂ ਮੀ। ਉਹ ਕਹਿ ਰਿਹਾ ਕਿ ਮੈਂ ਤੈਨੂੰ ਪੈਸੇ ਨਹੀਂ ਦੇਵਾਂਗਾ, ਜਿਵੇਂ ਤੈਂ ਮੈਨੂੰ ਇੱਕ ਬਲਦ ਦਿੱਤਾ ਸੀ 1 ਮਹੀਨੇ ਬਾਅਦ ਉਹ ਮਰ ਗਿਆ, ਤੂੰ ਮੇਰੇ ਕੋਲ ਵੀ ਇੱਕ ਬਲਦ ਲੈ ਜਾ ਅਤੇ ਉਸਨੂੰ 1 ਮਹੀਨਾ ਵਰਤ ਕੇ ਮੈਨੂੰ ਵਾਪਸ ਦੇ ਦੇਵੀਂ। ਨੋ ਮਨੀ ਫॉर ਦ ਡੈਡ ਬੁਲੌਕ, ਕਿ ਮੈਂ ਤੈਨੂੰ ਕੋਈ ਵੀ ਪੈਸਾ ਨਹੀਂ ਦੇਵਾਂਗਾ ਮਰੇ ਹੋਏ ਬੁਲੌਕ ਵਾਸਤੇ, ਬਲਦ ਵਾਸਤੇ। ਹੀ ਸੈਡ ਐਂਗਰਲੀ, ਉਸਨੇ ਗੁੱਸੇ ਵਿੱਚ ਕਿਹਾ। ਐਲਗੂ ਡਿਸਾਈਡਡ ਟੂ ਰੈਫਰ ਦ ਕੇਸ ਟੂ ਦ ਪੰਚਾਇਤ। ਐਲਗੂ ਨੇ ਡਿਸਾਈਡ ਕੀਤਾ ਕਿ ਆਪਣਾ ਜਿਹੜਾ ਕੇਸ ਹੈ ਉਹ ਪੰਚਾਇਤ ਕੋਲ ਲੈ ਕੇ ਜਾਵੇਗਾ। ਫॉर ਦ ਸੈਕਿੰਡ ਟਾਈਮ ਇਨ ਅ ਫਿਊ ਮੰਥਸ, ਕੁਛ ਕੁ ਮਹੀਨਿਆਂ ਵਿੱਚ ਦੂਜੀ ਵਾਰ ਪ੍ਰੈਪਰੇਸ਼ਨਸ ਫॉर ਦ ਹੋਲਡਿੰਗ, ਮੀਨਸ ਕੇਸ ਵਾਸਤੇ ਜੋ ਪੰਚਾਇਤ ਫੈੜਦੀ ਹੁੰਦੀ ਸੀ ਉਸ ਦੇ ਵਾਸਤੇ ਦੁਬਾਰਾ ਪ੍ਰੈਪਰੇਸ਼ਨਸ ਹੋਈਆਂ। ਪੰਚਾਇਤ ਵਰ ਮੇਡ, ਪੰਚਾਇਤ ਬਣੀ। ਬੋਥ ਦਾ ਪਾਰਟੀ ਸਟਾਰਟ ਮੀਟਿੰਗ ਪੀਪਲ ਐਂਡ ਸੀਕਿੰਗ ਦੇਅਰ ਸਪੋਰਟ। ਮੀਨਸ ਐਲਗੂ ਅਤੇ ਸਾਹੂ ਦੋਵੇਂ ਉਹ ਲੋਕਾਂ ਕੋਲ ਜਾਣ ਲੱਗੇ ਅਤੇ ਆਪਣੀ ਸਪੋਰਟ ਵਾਸਤੇ ਸਪੋਰਟ ਲੱਭਣ ਲੱਗੇ ਉਹਨਾਂ ਕੋਲੋਂ। ਦ ਪੰਚਾਇਤ ਵਾਜ਼ ਹੈਲਡ ਅੰਡਰ ਦ ਓਲਡ ਬਨਿਆਨ ਟਰੀ। ਅਗੇਨ ਜਿਹੜੀ ਪੰਚਾਇਤ ਸੀ ਉਹ ਕਿਸ ਦੇ ਨੀਚੇ ਆ ਕੇ ਬੈਠੀ?
ਬੋਹੜ ਦੇ ਦਰਖਤ ਤੇ। ਐਲਗੂ ਸਟੂਡ ਅਪ, ਐਲਗੂ ਖੜਾ ਹੋਇਆ ਤੇ ਕਿਹਾ ਦ ਵੋਇਸ ਆਫ ਪੰਚ ਇਜ਼ ਦ ਵੋਇਸ ਆਫ ਗੋਡ। ਜੋ ਪੰਚ ਦੀ ਵੋਇਸ ਹੋਏਗੀ ਉਹ ਕਿਸ ਦੀ ਵੋਇਸ ਹੋਏਗੀ? ਪਰਮਾਤਮਾ ਦੀ ਆਵਾਜ਼ ਹੋਏਗੀ। ਲੈਟ ਸਾਹੂ ਨੋਮੀਨੇਟ ਦ ਹੈਡ ਪੰਚ। ਉਸਨੇ ਕਿਹਾ ਕਿ ਸਾਹੂ ਨੂੰ, ਉਹਨੇ ਮਤਲਬ ਕਿਹਾ ਕਿ ਉਹ ਆਪਣਾ ਪੰਚ ਨੋਮੀਨੇਟ ਕਰ ਲਵੇ। ਆਈ ਵਿਲ ਅਵਾਇਡ ਹਿਜ਼ ਡਿਸੀਜਨ, ਮੈਂ ਉਸਦੇ ਡਿਸੀਜਨ ਦਾ ਪਾਲਣ ਕਰਾਂਗਾ। ਅਵਾਇਡ ਦਾ ਮਤਲਬ ਹੁੰਦਾ ਕਿਸ ਦਾ? ਪਾਲਣ ਕਰਨਾ। ਹੇਅਰ ਇਜ਼ ਦ ਕੁਐਸਚਨ ਵਿਚ ਵੀ ਹੈਵ ਟੂ ਸੋਲਵ ਇਟ। ਹੇਅਰ ਦਾ ਵਰਡ ਨੋਮੀਨੇਟ ਮੀਨਸ, ਨੋਮੀਨੇਟ ਦਾ ਮਤਲਬ ਕੀ ਹੁੰਦਾ ਹੈ? ਦੇਖੋ ਇੱਥੇ ਨਹੀਂ ਕਿਹਾ ਸੀ ਕਿ ਸਾਹੂ ਨੋਮੀਨੇਟ ਦਾ ਹੈਡ ਪੰਚ। ਸਾਹੂ ਕੀ ਕਰੂਗਾ? ਹੈਡ ਪੰਚ ਨੂੰ ਨੋਮੀਨੇਟ ਕਰੂਗਾ। ਸੋ ਇਟਸ ਮੀਨ ਇਜ਼ ਅਪੁਆਇੰਟ, ਅਪੁਆਇੰਟ ਕਰਨਾ ਕਿਸ ਨੂੰ ਕਿ ਹਾਂ ਇਹ ਮੇਰਾ ਹੈਡ ਪੰਚ ਹੋਏਗਾ। ਇਲੈਕਟ ਦਾ ਮਤਲਬ ਹੁੰਦਾ ਜਦੋਂ ਕਾਫੀ ਲੋਕ ਕਿਸੇ ਨੂੰ ਚੁਣਦੇ ਹੋਣ, ਅਤੇ ਸਿਲੈਕਟ ਦਾ ਮਤਲਬ ਹੁੰਦਾ ਕਾਫੀਆਂ ਦੇ ਵਿੱਚੋਂ ਆਪਾਂ ਕਿਸੇ ਨੂੰ ਚੁਣਦੇ ਹੋਈਏ। ਸੋ ਟੂ ਅਪੁਆਇੰਟ ਇਜ਼ ਦਾ ਬੈਸਟ ਮੀਨਿੰਗ। ਸਾਹੂ ਸੌ ਹਿਜ਼ ਚਾਂਸ, ਸਾਹੂ ਨੇ ਹੁਣ ਆਪਣਾ ਦੇਖਿਆ, ਮੌਕਾ ਦੇਖਿਆ। ਐਂਡ ਪ੍ਰਪੋਜ਼ਡ ਦ ਨੇਮ ਆਫ ਜੁਮਾਨ। ਹੁਣ ਉਹਨੇ ਆਪਣਾ ਮੌਕਾ ਦੇਖਿਆ ਅਤੇ ਕਿਸ ਦਾ ਨੇਮ ਪ੍ਰਪੋਜ਼ਡ ਕਰਤਾ। ਪ੍ਰਪੋਜ਼ ਕਰਨਾ ਕਿਸ ਦਾ? ਨੇਮ ਮਤਲਬ ਕਹਿਣਾ ਕਿਸ ਦੇ ਬਾਰੇ ਕਿ ਹਾਂ ਇਹ ਹੀ ਇਹ ਕੰਮ ਕਰੇਗਾ। ਉਹਨੇ ਆਪਣਾ ਮੌਕਾ ਦੇਖਿਆ ਅਤੇ ਜੁਮਾਨ ਬਾਰੇ ਕਹਿਤਾ, ਕਿਉਂਕਿ ਜੁਮਾਨ ਦੇ ਵਿਰੁੱਧ ਐਲਗੂ ਨੇ ਪਹਿਲਾਂ ਫੈਸਲਾ ਦਿੱਤਾ ਸੀ, ਤਾਂ ਕਰਕੇ ਸਾਹੂ ਨੇ ਸੋਚਿਆ ਕਿ ਜੁਮਾਨ ਦਾ ਨਾਮ ਦੇ ਦਿੰਦੇ ਅਤੇ ਜੁਮਾਨ ਮੇਰੇ ਹੱਕ 'ਚ ਫੈਸਲਾ ਦੇ ਦੇਗਾ ਅਤੇ ਉਹ ਐਲਗੂ ਦੇ ਵਿਰੁੱਧ ਫੈਸਲਾ ਦੇ ਦੇਗਾ। ਐਲਗੂ ਇਜ਼ ਹਾਰਟ ਸੈਂਕ, ਜਿਹੜਾ ਐਲਗੂ ਦਾ ਦਿਲ ਸੀ ਉਹ ਬੰਦ ਹੋ ਗਿਆ। ਹੀ ਟਰਨਡ ਪੇਲ, ਉਹਦਾ ਜਿਹੜਾ ਫਿੱਕਾ ਪੈ ਗਿਆ ਉਹਦਾ ਫੇਸ। ਵਟ ਕੁਡ ਹੀ ਡੂ, ਹੁਣ ਉਹ ਕੀ ਕਰ ਸਕਦਾ ਸੀ? ਦ ਮੋਮੈਂਟ ਜੁਮਾਨ ਵਿਕੇਮ ਹੈਡ ਪੰਚ ਹੀ ਰਿਅਲਾਈਜ਼ਡ ਹਿਜ਼ ਰਿਸਪੋਂਸੀਬਿਲਿਟੀ ਐਜ਼ ਅ ਜੱਜ। ਜਦੋਂ ਜੁਮਾਨ ਹੈਡ ਪੰਚ ਬਣਿਆ ਤਾਂ ਉਸਨੇ ਆਪਣੀ ਰਿਸਪੋਂਸੀਬਿਲਿਟੀ ਸਮਝੀ ਇੱਕ ਜੱਜ ਦੇ ਤੌਰ 'ਤੇ। ਐਂਡ ਡਿਗਨਿਟੀ ਆਫ ਹਿਜ਼ ਆਫਿਸ, ਅਤੇ ਉਸਨੇ ਮਤਲਬ ਸਮਝਿਆ ਕਿ ਹਾਂ ਮੈਂ ਸਹੀ ਫੈਸਲਾ ਹੀ ਦੇਵਾਂਗਾ। ਕੁਡ ਹੀ ਸੀਟਡ ਇਨ ਦਾ ਹਾਈ ਪਲੇਸ ਹੈਵ ਹਿਜ਼ ਰਿਵੈਂਜ ਨਾਓ, ਕਿ ਉਹ ਹੁਣ ਜਦੋਂ ਇੰਨੀ ਹਾਈ ਸੀਟ 'ਤੇ ਬਹਿ ਗਿਆ ਅਤੇ ਮੀਨਜ਼ ਉਹਨੂੰ ਪੰਚ ਬਣਾ ਦਿੱਤਾ ਗਿਆ ਸੀ ਕਿ ਉਹ ਆਪਣਾ ਬਦਲਾ ਲਵੇਗਾ ਕਿਸ ਤੋਂ? ਐਲਗੂ ਤੋਂ। ਹੀ ਥੋਟ, ਉਸਨੇ ਸੋਚਿਆ। ਐਂਡ ਥੋਟ, ਅਤੇ ਹੋਰ ਸੋਚਦਾ ਗਿਆ। ਨੋ ਹੀ ਮਸਟ ਨਾਟ ਅਲਾਓ ਹਿਜ਼ ਪਰਸਨਲ ਫੀਲਿੰਗ ਟੂ ਕਮ ਇਨ ਵੇ ਆਫ ਸਪੀਕਿੰਗ ਦ ਟਰੁੱਥ ਐਂਡ ਡੂਇੰਗ ਜਸਟਿਸ। ਉਹ ਸੋਚੀ ਗਿਆ ਅਤੇ ਅੰਤ ਵਿੱਚ ਉਸਨੇ ਸੋਚਿਆ ਕਿ ਨਹੀਂ, ਜਿਹੜੀਆਂ ਪਰਸਨਲ ਫੀਲਿੰਗਸ ਨੇ, ਪਰਸਨਲ ਜਿਹੜਾ ਉਹਨੇ ਰਿਵੈਂਜ ਲੈਣਾ ਸੀ, ਉਹ ਉਸਨੂੰ ਜੋ ਉਹਨੂੰ ਡਿਊਟੀ ਦਿੱਤੀ ਗਈ ਹੈ, ਜੋ ਸੱਚ ਬੋਲਣ ਦੀ ਡਿਊਟੀ ਦਿੱਤੀ ਗਈ, ਪੰਚ ਬਣਾਇਆ ਗਿਆ, ਉਸਨੂੰ ਅੱਗੇ ਨਹੀਂ ਆਉਣ ਦੇਵੇਗਾ ਉਸਦੇ। ਬੋਥ ਐਲਗੂ ਐਂਡ ਸਾਹੂ ਸੀਟਡ ਦੇਅਰ ਕੇਸਿਸ, ਮਤਲਬ ਸਾਹੂ ਅਤੇ ਐਲਗੂ ਨੇ ਆਪਣੀ ਕੇਸ ਮਤਲਬ ਆਪਣੀ ਦੱਸੀ ਗੱਲ ਕਿ ਕਿਵੇਂ ਕੀ ਹੋ ਰਿਹਾ। ਦੇ ਵਰ ਕ੍ਰੋਸ ਐਗਜ਼ਾਮਿਨਡ, ਉਹਨਾਂ ਨੂੰ ਮਤਲਬ ਦੁਬਾਰਾ ਉਹਨਾਂ ਦੀ ਗੱਲ 'ਤੇ ਧਿਆਨ ਦਿੱਤਾ ਗਿਆ। ਕਿਸ ਦੇ ਦੁਆਰਾ ਧਿਆਨ ਦਿੱਤਾ ਗਿਆ? ਐਂਡ ਦ ਕੇਸ ਵਾਜ਼ ਕੰਸੀਡਰਡ, ਪੰਚ ਦੇ ਦੁਆਰਾ ਧਿਆਨ ਦਿੱਤਾ ਗਿਆ। ਦੈਨ ਜੁਮਾਨ ਸਟੁੱਡ ਅਪ ਐਂਡ ਅਨਾਊਂਸਡ, ਹੁਣ ਜੁਮਾਨ ਖੜਾ ਹੋਇਆ ਅਤੇ ਉਸਨੇ ਆਪਣਾ ਫੈਸਲਾ ਦਿੱਤਾ। ਇਟ ਇਜ਼ ਅਰ ਓਪੀਨੀਅਨ ਦੈਟ, ਮਤਲਬ ਉਹਨਾਂ ਨੇ ਸਲਾਹ ਕਰਕੇ ਦੱਸਿਆ ਕਿ ਸਾਡੀ ਇਹ ਸਲਾਹ ਹੈ। ਸਾਹੂ ਸ਼ੁੱਡ ਪੇ ਐਲਗੂ ਦਾ ਪ੍ਰਾਈਸ ਆਫ ਦਾ ਬੁਲੋਕ, ਸਾਹੂ ਨੂੰ ਐਲਗੂ ਨੂੰ ਪੇ ਕਰਨਾ ਪਵੇਗਾ ਬੁਲੋਕ ਦਾ। ਵੈਨ ਸਾਹੂ ਬੋਟ ਦਾ ਬੁਲੋਕ, ਜਦੋਂ ਸਾਹੂ ਨੇ ਬਲਦ ਖਰੀਦਿਆ ਸੀ, ਇਟ ਸਫਰਡ ਫਰੋਮ ਨੋ ਡਿਸੇਬਿਲਟੀ ਔਰ ਡਿਸੀਜ਼, ਜਿਹੜਾ ਬਲਦ ਸੀ ਉਸਨੂੰ ਕੋਈ ਪ੍ਰੋਬਲਮ ਨਹੀਂ ਸੀ, ਉਸਨੂੰ ਕੋਈ ਬਿਮਾਰੀ ਨਹੀਂ ਸੀ ਅਤੇ ਨਾ ਹੀ ਉਹ ਕੋਈ ਡਿਸੇਬਲ ਸੀ। ਦ ਡੈਥ ਆਫ ਦਾ ਬੁਲੋਕ ਵਾਜ਼ ਅਨਫੋਰਚੂਨੇਟ, ਮਤਲਬ ਜਿਹੜੀ ਡੈਥ ਹੋਈ ਸੀ ਬਲਦ ਦੀ ਉਹ ਅਨਫੋਰਚੂਨੇਟ ਸੀ, ਕਿਉਂਕਿ ਉਹ ਐਂ ਹੋ ਗਈ ਸੀ, ਉਸਨੇ ਕਿਹੜਾ ਉਹਨੂੰ ਬਿਮਾਰ ਦਿੱਤਾ ਸੀ। ਅਨਫੋਰਚੂਨੇਟ ਹੁੰਦਾ ਕਿ ਆਪਣੇ ਆਪ ਮਤਲਬ ਕੁਦਰਤੀ ਤਰੀਕੇ ਨਾਲ ਕੁਛ ਹੋ ਜਾਣਾ, ਦੈਟ ਇਜ਼ ਕਾਲਡ ਅਨਫੋਰਚੂਨੇਟ। ਬਟ ਐਲਗੂ ਕੈਨ ਨਾਟ ਬਲੇਮਡ ਫॉर ਇਟ, ਪਰ ਐਲਗੂ ਨੂੰ ਇਸ ਵਾਸਤੇ ਦੋਸ਼ ਨਹੀਂ ਦੇ ਸਕਦੇ। ਐਲਗੂ ਕੁਡ ਨਾਟ ਕੰਟੇਨ ਹਿਜ਼ ਫੀਲਿੰਗਸ, ਐਲਗੂ ਨੇ ਆਪਣੀ ਮਤਲਬ ਭਾਵਨਾਵਾਂ 'ਤੇ ਉਹਨੂੰ ਯਕੀਨ ਨਾ ਹੋਇਆ ਕਿ ਇਸ ਤਰ੍ਹਾਂ ਹੋ ਗਿਆ। ਹੀ ਸਟੁੱਡ ਅਪ, ਉਹ ਖੜਾ ਹੋ ਗਿਆ। ਐਂਡ ਸੈਡ ਲਾਊਡਲੀ ਐਂਡ ਓਵਰ ਅਗੇਨ, ਉਹ ਉੱਚੀ ਉੱਚੀ ਵਾਰੀ ਬੋਲਣ ਲੱਗਿਆ। ਵਿਕਟਰੀ ਟੂ ਦਾ ਪੰਚਾਇਤ, ਕਿ ਪੰਚਾਇਤ ਦੀ ਜਿੱਤ ਹੋਈ ਹੈ। ਦਿਸ ਇਜ਼ ਜਸਟਿਸ, ਇਹੀ ਨਿਆਂ ਹੈਗਾ, ਮਤਲਬ ਇਹ ਜਸਟਿਸ ਹੋ ਗਈ। ਗੋਡ ਲਿਵਜ਼ ਇਨ ਦਾ ਵੋਇਸ ਆਫ ਦਾ ਪੰਚ, ਜਿਹੜਾ ਪਰਮਾਤਮਾ ਹੈ ਉਹ ਪੰਚ ਦੀ ਆਵਾਜ਼ ਵਿੱਚ ਜਿਉਂਦਾ ਹੈ। ਸੂਨ ਆਫਟਰ ਜੁਮਾਨ ਕੇਮ ਟੂ ਐਲਗੂ, ਥੋੜ੍ਹੇ ਟਾਈਮ ਬਾਅਦ ਜੁਮਾਨ ਸੀ ਐਲਗੂ ਕੋਲ ਆਇਆ। ਐਮਬਰੇਸਡ ਹਿਮ, ਐਮਬਰੇਸਡ ਦਾ ਮਤਲਬ ਹੁੰਦਾ ਕਿਸੇ ਨੂੰ ਗਲੇ ਲਗਾਉਣਾ, ਐਮਬਰੇਸਡ ਦਾ ਮਤਲਬ ਹੁੰਦਾ ਕਿਸੇ ਨੂੰ ਗਲੇ ਲਗਾਉਣਾ। ਐਂਡ ਸੈਡ ਸਿੰਸ ਲਾਸਟ ਪੰਚਾਇਤ, ਮਤਲਬ ਜਿਹੜੀ ਲਾਸਟ ਪੰਚਾਇਤ ਹੋਈ ਸੀ, ਆਈ ਹੈਡ ਬਿਕਮ ਯੂਅਰ ਐਨੀਮੀ, ਮੀਨ ਜਦੋਂ ਤੁਸੀਂ ਮੇਰੇ ਵਿਰੁੱਧ ਫੈਸਲਾ ਦਿੱਤਾ ਸੀ ਮੈਂ ਤੇਰਾ ਦੁਸ਼ਮਣ ਬਣ ਗਿਆ ਸੀ। ਟੂਡੇ ਆਈ ਰਿਅਲਾਈਜ਼ਡ ਵਟ ਇਟ ਮੈਂਟ ਟੂ ਅ ਪੰਚ, ਮੈਨੂੰ ਮਹਿਸੂਸ ਹੋਇਆ ਕਿ ਇੱਕ ਪੰਚ ਦੀ ਡਿਊਟੀ ਕੀ ਬਣਦੀ ਹੈ। ਅ ਪੰਚ ਹੈਜ਼ ਨੋ ਫਰੈਂਡ ਔਰ ਐਨੀਮੀ, ਇੱਕ ਪੰਚ ਦਾ ਕੋਈ ਵੀ ਨਾ ਦੁਸ਼ਮਣ ਹੁੰਦਾ ਅਤੇ ਨਾ ਹੀ ਕੋਈ ਮਿੱਤਰ ਹੁੰਦਾ ਹੈ। ਹੀ ਨੋਜ਼ ਓਨਲੀ ਜਸਟਿਸ, ਉਹਨੂੰ ਸਿਰਫ ਨਿਆਂ ਕਰਨੀ ਪੈਂਦੀ ਹੈ। ਲੈਟ ਨੋ ਵਨ ਡੇਵੀਏਟ ਫਰੋਮ ਦਾ ਪਾਥ ਆਫ ਦਾ ਜਸਟਿਸ ਐਂਡ ਟਰੁੱਥ ਫਾਰ ਫਰੈਂਡਸ਼ਿਪ ਔਰ ਐਨੀਮਿਟੀ। ਡੇਵੀਏਟ ਦਾ ਮਤਲਬ ਹੁੰਦਾ ਹੈ ਕਿ ਧਿਆਨ ਭਟਕਣਾ, ਇੱਧਰ ਉੱਧਰ ਹੋ ਜਾਣਾ। ਉਹ ਕਹਿ ਰਿਹਾ ਕਿ ਕਿਸੇ ਨੂੰ ਵੀ ਜਸਟਿਸ ਨਿਆਂ ਕਰਨ 'ਤੇ ਰਾਹ ਤੋਂ ਇੱਧਰ ਉੱਧਰ ਨਹੀਂ ਭਟਕਣਾ ਚਾਹੀਦਾ, ਨਾ ਕਿ ਫਰੈਂਡਸ਼ਿਪ ਵਾਸਤੇ ਅਤੇ ਨਾ ਹੀ ਦੁਸ਼ਮਣੀ ਵਾਸਤੇ। ਐਲਗੂ ਐਮਬਰੇਸਡ ਹਿਜ਼ ਫਰੈਂਡ, ਐਲਗੂ ਨੇ ਵੀ ਉਸਨੂੰ ਗਲੇ ਲਗਾਇਆ। ਐਂਡ ਵੈਪਟ, 'ਤੇ ਬਹੁਤ ਰੋਇਆ।
His tears washed away all the dirt of misunderstanding between them. ਜਿਹੜੇ ਉਹਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਉਹਦੇ ਹੰਝੂ ਸੀ ਉਸਨੇ ਸਾਰੀ ਉਹ ਜਿਹੜੀ ਵੀ ਮਤਲਬ ਡਰਟ ਸੀ, ਮਿਸਅੰਡਰਸਟੈਂਡਿੰਗ ਸੀ, ਉਹਨਾਂ ਦੇ ਵਿੱਚ ਉਸਨੂੰ ਸਾਫ਼ ਕਰ ਦਿੱਤਾ। ਮਿਸਅੰਡਰਸਟੈਂਡਿੰਗ ਜਿਹੜੀ ਆਪਣੀ ਗਲਤਫਹਿਮੀਆਂ ਹੁੰਦੀਆਂ ਨੇ। ਸੋ ਦਿਸ ਵਾਜ਼ ਦਾ ਚੈਪਟਰ। ਇਹਦੇ ਵਿੱਚ ਬੇਸਿਕਲੀ ਇਹ ਕਿਹਾ ਗਿਆ ਕਿ ਆਪਾਂ ਨੂੰ ਜਦੋਂ ਆਪਾਂ ਨੂੰ ਪੰਚ ਅਪਾਇੰਟ ਕਰ ਦਿੱਤਾ ਜਾਂਦਾ ਜਾਂ ਦੋ ਝਗੜਿਆਂ ਕੋਈ ਲੋਕ ਲੜਦੇ ਨੇ, ਉਹਨਾਂ ਦੇ ਵਿੱਚ ਆਪਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਫੈਸਲਾ ਕਰੋ, ਤਾਂ ਉਹਨਾਂ 'ਚ ਆਪਣਾ ਇੱਕ ਦੁਸ਼ਮਣ ਹੈ ਅਤੇ ਆਪਣਾ ਇੱਕ ਫਰੈਂਡ ਹੈ। ਆਪਾਂ ਨੂੰ ਫਰੈਂਡ ਦੇ ਹੱਕ ਵਿੱਚ ਵੀ ਨਹੀਂ ਫੈਸਲਾ ਕਰਨਾ ਚਾਹੀਦਾ, ਦੁਸ਼ਮਣ ਦੇ ਵਿਰੁੱਧ ਵੀ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਸਹੀ ਫੈਸਲਾ ਕਰਨਾ ਚਾਹੀਦਾ। ਇਹੀ ਬੇਸਿਕ ਮੀਨਿੰਗ ਹੈ ਹੋਲ ਸਟੋਰੀ ਦਾ। ਸੋ ਦਿਸ ਸਟੋਰੀ ਇਜ਼ ਰਿਟਨ ਬਾਈ ਮੁਨਸ਼ੀ ਪ੍ਰੇਮਚੰਦ। He translated the story basically. So now what is the homework? What you have to do? Yesterday you wrote 3 questions which I gave you. Now here is the another question which you have to write. The first question and the second question. So where are the answers of these questions? Let me show you where are the answers. So you have to write the answers. You have to write the answers from here. Yes, I made a PDF for you to write the answers. So first question is answered here and second question is answered here. So you have to pause the video and write the answers of first 2 questions. Hope you understand that chapter and thank you very much.